ਤਤ ਗੁਰਮਤਿ ਗਿਆਨ ਟੀਵੀ ਚੈਨਲ ਨੂੰ ਵੇਖਣ ਵਾਲੇ ਵੀਰੋ ਭੈਣੋ, ਇੱਕ ਵਾਰੀ ਸਾਰੇ ਫਤਿਹ ਦੀ ਸਾਂਝ ਕਰ ਲਈਏ। ਪਿਆਰ ਦੇ ਨਾਲ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣ ਲੱਗੀ ਹੈ। 2 ਉਮੀਦਵਾਰ ਨੇ, ਭਾਵੇਂ ਕਿ ਉਹਨਾਂ ਨੂੰ ਪਹਿਲਾਂ ਪਰਖਿਆ ਵੇਖਿਆ ਹੋਈ ਆਪਾਂ ਨੇ, ਪਰ ਫਿਰ ਵੀ ਉਹਦੇ ਸੰਬੰਧ 'ਚ ਅੱਜ ਨਹੀਂ, ਅੱਜ ਤੋਂ ਕਈ ਸਾਲ ਪਹਿਲਾਂ ਸਾਡੇ ਇੱਕ ਬਹੁਤ ਹੀ ਵਿਦਵਾਨ ਵੀਰ, ਹਮਦਰਦ ਵੀਰ ਨੌਸ਼ਹਿਰ ਵੀ, ਇਹਨਾਂ ਨੇ ਸ਼੍ਰੋਮਣੀ ਕਮੇਟੀ ਬਾਰੇ ਲੇਖ ਲਿਖਿਆ ਸੀ ਜੋ ਮੈਨੂੰ ਵਧੀਆ ਲੱਗਿਆ, ਅਤੇ ਮੈਂ ਆਪਣੀ ਕਿਤਾਬ ਮੇਰੀ ਪਸੰਦ ਦੇ 94 ਲੇਖ ਇਹਦੇ ਵਿੱਚ ਪਾਇਆ ਸੀ। ਅਤੇ ਇਹਦੇ ਵਿੱਚੋਂ ਇਹ ਲੇਖ ਮੈਂ ਤੁਹਾਡੇ ਸਾਹਮਣੇ ਸਮੇਂ ਦੀ ਨਜ਼ਾਕਤ ਨੂੰ ਵੇਖ ਕੇ ਰੱਖ ਰਿਹਾ ਹਾਂ। ਪਹਿਲੀ ਵਾਰ 15 ਸਤੰਬਰ 1920 ਨੂੰ 175 ਮੈਂਬਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ। ਸੁੰਦਰ ਸਿੰਘ ਮਜੀਠੀਆ ਇਸ ਦੇ ਪਹਿਲੇ ਪ੍ਰਧਾਨ ਥਾਪੇ ਗਏ। 1925 ਵਿੱਚ ਪਾਸ ਹੋਏ ਸਿੱਖ ਗੁਰਦੁਆਰਾ ਐਕਟ ਦੁਆਰਾ ਸ਼੍ਰੋਮਣੀ ਕਮੇਟੀ ਨੂੰ ਕਾਨੂੰਨੀ ਪ੍ਰਵਾਨਗੀ ਤੇ ਮਾਨਤਾ ਪ੍ਰਾਪਤ ਹੋਈ ਤੇ ਚੋਣ ਵਿਧੀ ਆਦਿ ਨਿਸ਼ਚਿਤ ਕੀਤੀ ਗਈ। ਹੁਣ ਤੱਕ ਸ਼੍ਰੋਮਣੀ ਕਮੇਟੀ ਦੀ 11 ਵਾਰੀ ਚੋਣ ਹੋ ਚੁੱਕੀ ਹੈ। 12ਵੀਂ ਵਾਰ ਚੋਣ 11 ਜੁਲਾਈ 2004 'ਚ ਹੋਈ ਸੀ। ਵੈਸੇ ਚੋਣ 5 ਸਾਲਾਂ ਬਾਅਦ ਹੋਣੀ ਪੱਕੀ ਕਰਨੀ ਚਾਹੀਦੀ ਹੈ, ਪਰ ਸਮਾਂ ਸੀਮਾ ਦੀ ਉਲੰਘਣਾ ਸਦਾ ਹੀ ਹੋ ਰਹੀ ਹੈ। 1965 ਤੋਂ ਬਾਅਦ ਚੋਣ 1979 ਵਿੱਚ ਹੋਈ, ਜਾਣੀ ਕਿ 14 ਸਾਲਾਂ ਤੋਂ ਬਾਅਦ। 1979 ਤੋਂ ਬਾਅਦ ਚੋਣ 1996 ਵਿੱਚ ਹੋਈ, ਜਾਣੀ ਕਿ 17 ਸਾਲ ਬਾਅਦ। ਅਗਲੀ ਚੋਣ ਅਕਤੂਬਰ 2001 ਵਿੱਚ ਹੋਣੀ ਚਾਹੀਦੀ ਸੀ, ਪਰ ਨਹੀਂ ਹੋਈ। 1966 ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਚੋਣ ਕੇਂਦਰੀ ਸਰਕਾਰ ਦੇ ਗ੍ਰਹਿ ਵਿਭਾਗ ਨੇ ਆਪਣੇ ਜ਼ਿੰਮੇ ਲੈ ਲਈ ਸੀ। ਇਸ ਵਾਰ ਕੇਂਦਰੀ ਗ੍ਰਹਿ ਵਿਭਾਗ ਨੇ 8 ਲੱਖ ਤੋਂ ਵੱਧ ਸਹਿਜਧਾਰੀ ਸਿੱਖਾਂ ਪਾਸੋਂ ਵੋਟ ਦਾ ਅਧਿਕਾਰ ਖੋਹ ਲਿਆ। ਹਾਲਾਂਕਿ ਪੰਜਾਬ ਦੇ ਪਿੰਡਾਂ ਵਿੱਚ ਕੇਸਾਧਾਰੀ, ਦਾੜ੍ਹੀਧਾਰੀ ਟਾਵਾਂ ਹੀ ਕੋਈ ਸਿੱਖ ਨੌਜਵਾਨ ਮਿਲਦਾ ਹੈ। ਸਭ ਘੋਣ ਮੋਨ ਤੇ ਦਸਤਾਰਹੀਣੇ ਹੀ ਹੋ ਚੁੱਕੇ ਹੋਏ ਨੇ। ਸ਼੍ਰੋਮਣੀ ਕਮੇਟੀ ਦੇ 170 ਮੈਂਬਰ 120 ਚੋਣ ਹਲਕਿਆਂ ਵਿੱਚੋਂ ਚੁਣੇ ਜਾਂਦੇ ਨੇ। 50 ਚੋਣ ਹਲਕੇ 2-2 ਮੈਂਬਰਾਂ ਵਾਲੇ ਹਨ। 25% ਸੀਟਾਂ ਅਨੁਸੂਚਿਤ ਸਿੱਖ ਜਾਤੀਆਂ ਲਈ ਅਤੇ 25 ਸੀਟਾਂ ਔਰਤਾਂ ਲਈ ਰਾਖਵੀਆਂ ਹਨ। 170 ਮੈਂਬਰਾਂ ਵਿੱਚੋਂ 15 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਨਾਮਜ਼ਦ ਮੈਂਬਰ ਪਾਰਟੀ ਅਤੇ ਸਿਆਸਤ ਤੋਂ ਉੱਪਰ ਨਿੱਜੀ ਵਫਾਦਾਰੀ ਤੋਂ ਪਰੇ ਨਿਰੋਲ ਸਾਹਿਤ, ਕਲਾ, ਸਮਾਜ ਸੇਵਾ ਦੇ ਖੇਤਰ ਦੇ ਲੇਖਕ, ਕਵੀ, ਫਿਲਮਕਾਰ, ਕਲਾਕਾਰ, ਅਧਿਆਪਕ, ਗੀਤਕਾਰ, ਚਰਿੱਤਰਵਾਨ, ਸਾਫ ਸੁਥਰੀ ਸਿੱਖ ਸੂਰਤ ਵਾਲੇ ਸੱਜਣ ਲਏ ਜਾਣ। ਕਮੇਟੀ ਦਾ ਪ੍ਰਧਾਨ 2 ਸਾਲਾਂ ਲਈ ਵੱਧ ਤੋਂ ਵੱਧ 2 ਟਰਮਾਂ ਲਈ ਚੁਣਿਆ ਜਾਣਾ ਚਾਹੀਦਾ ਹੈ। ਪਿਛਲੇ ਸਾਲਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਕੰਮ, ਕਾਰ ਵਿਹਾਰ ਅਤੇ ਇਸ ਦੇ ਮਾੜੇ ਪਰਿਣਾਮਾਂ ਕਰਕੇ ਕਮੇਟੀ ਦੀ ਮੀਡੀਆ ਵਿੱਚ ਕਾਫੀ ਆਲੋਚਨਾ ਹੁੰਦੀ ਰਹੀ ਹੈ। ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧ ਸੁਧਾਰ, ਗੁਰਬਾਣੀ ਦਾ ਸੰਚਾਰ, ਵਿਗਿਆਨਕ ਲੀਹਾਂ ਤੇ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ, ਨਸ਼ੇ ਰਹਿਤ, ਜਾਤ ਪਾਤ ਰਹਿਤ, ਉਦਾਰਵਾਦੀ, ਆਸ਼ਾਵਾਦੀ, ਭਵਿੱਖਵਾਦੀ, ਤਾਰਕਿਕ, ਗੁਣਵਾਨ, ਗਿਆਨਵਾਨ, ਉੱਚੀਆਂ ਇਖਲਾਕੀ ਤੇ ਸਦਾਚਾਰਕ ਕੀਮਤਾਂ ਕਦਰਾਂ ਵਾਲੇ ਖਾਲਸ ਮਨੁੱਖ, ਖਾਲਸਾ ਦਾ ਉਥਾਨ ਇਸ ਦੇ ਮੁੱਖ ਉਦੇਸ਼ ਸਨ। ਪਰ ਜਿਉਂ-ਜਿਉਂ ਨਵੇਂ ਗੁਰਦੁਆਰੇ ਉਸਰਦੇ ਗਏ, ਪੁਰਾਣੇ ਗੁਰਦੁਆਰੇ ਹੋਰ ਵਿਸ਼ਾਲ ਅਤੇ ਆਲੀਸ਼ਾਨ ਬਣ ਗਏ। ਸ਼ਬਦ ਗੁਰੂ ਤੋਂ ਦੂਰੀ ਵੱਧਦੀ ਗਈ। ਨਿਰੋਲ ਗੁਰਦੁਆਰਿਆਂ ਦੇ ਚੜ੍ਹਾਵੇ 'ਤੇ ਪਲਣ ਵਾਲੇ ਪੁਜਾਰੀਆਂ ਦੀ ਭੀੜ ਵੱਧਦੀ ਗਈ। ਸ਼ਬਦ ਗੁਰੂ, ਸੁਰਤ ਧੁਨ ਚੇਲਾ ਦੀ ਆਵਾਜ਼ ਗੁੰਮ ਹੁੰਦੀ ਗਈ। ਗੁਰਬਾਣੀ ਤੋਂ ਅਮਲ ਦੂਰ ਹੁੰਦਾ ਗਿਆ। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਇੱਕਾ ਬਾਣੀ, ਇੱਕ ਗੁਰੂ, ਇੱਕੋ ਸ਼ਬਦ ਵਿਚਾਰ। ਪਰ ਥਾਂ ਦੇਹਧਾਰੀ ਅਖੌਤੀ ਗੁਰੂਆਂ, ਸਾਧਾਂ ਦੇ ਡੇਰੇ ਉਸਰਦੇ ਗਏ। ਸੰਸਥਾਨ, ਮੱਠ,
ਮੜੀ, ਮਸਾਣੀ, ਭੂਤ, ਭੰਡਾਰੇ, ਅਖਾੜੇ, ਜਗਰਾਤੇ, ਸਮਾਧਾਂ, ਰੱਖਾਂ, ਭਜਨ ਮੰਡਲੀਆਂ, ਕਰਮਕਾਂਡ, ਕੁੰਭ ਇਸ਼ਨਾਨ, ਪਾਪ ਪੁੰਨ, ਜੰਤਰ ਮੰਤਰ, ਜਾਦੂ ਟੂਣੇ, ਰਿਧੀਆਂ ਸਿੱਧੀਆਂ, ਆਸਣ, ਸਮਾਧੀਆਂ, ਵਰਤ, ਵਿਖਾਵੇ, ਰਸਮੀ ਸੰਜਮਾਂ ਆਦਿ ਦਾ ਬੋਲਬਾਲ ਹੁੰਦਾ ਗਿਆ। ਬਿਨਾਂ ਸੰਗਤ ਸਰੋਤਿਆਂ ਤੋਂ ਅਖੰਡ ਪਾਠਾਂ ਦੀਆਂ ਲੜੀਆਂ ਮਹੀਨਿਆਂ ਬੱਧੀ ਚੱਲੀ ਜਾਂਦੀਆਂ ਨੇ। ਕੀਤੇ ਕਰਾਏ ਅਖੰਡ ਪਾਠ ਵਿਕਦੇ ਨੇ। ਬ੍ਰਾਹਮਣਵਾਦੀ ਜੜ ਰਹੁ ਰੀਤਾਂ ਭਾਰੂ ਹੁੰਦੀਆਂ ਜਾ ਰਹੀਆਂ ਨੇ। 1920 ਤੋਂ ਪਹਿਲਾਂ ਵਾਲੇ ਖਤਰੇ ਫਿਰ ਨੇੜੇ ਆ ਰਹੇ ਹਨ। ਨਸ਼ਿਆਂ ਨੇ ਪੰਜਾਬ ਦੇ ਪਿੰਡਾਂ ਦੇ ਸਿੱਖ ਨੌਜਵਾਨਾਂ ਨੂੰ ਨਿਚੋੜ ਲਿਆ ਹੈ। ਸਾਬਤ ਸੂਰਤ ਸਿੱਖ ਕਿਧਰੇ ਘੱਟ ਹੀ ਨਜ਼ਰ ਆਉਂਦੇ ਨੇ। ਪਿੰਡਾਂ ਵਿੱਚ ਸਰਕਾਰੀ ਸਕੂਲ ਪੜ੍ਹਾਈ ਲਗਭਗ ਖਤਮ ਹੋ ਚੁੱਕੀ ਹੈ। ਬੇਰੁਜ਼ਗਾਰ, ਪਤਿਤ, ਕਾਂਗੜੀ ਪੇਂਡੂ ਨੌਜਵਾਨ ਨਸ਼ਿਆਂ ਦੀ ਥੁੜ ਵਿੱਚ ਕੰਧਾਂ 'ਚ ਟੱਕਰਾਂ ਮਾਰਦੇ ਫਿਰਦੇ ਨੇ। ਕਰੋੜਾਂ ਰੁਪਇਆਂ ਦੀ ਸਾਲਾਨਾ ਬਜਟ ਵਾਲੀ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਸੀ ਕਿ ਇਹਨਾਂ ਨੌਜਵਾਨਾਂ ਪ੍ਰਤੀ ਕੋਈ ਚਿੰਤਾ ਕਰਦੀ। ਜਿਹੜਾ ਬੰਦਾ ਸ਼੍ਰੋਮਣੀ ਕਮੇਟੀ ਤੇ 26 ਸਾਲ ਕਾਬਜ਼ ਰਿਹਾ, ਇਸ ਨਿਰਾਸ਼ਾਜਨਕ ਸਥਿਤੀ ਲਈ ਉਸ ਨੂੰ ਜ਼ਿੰਮੇਵਾਰੀ ਤੋਂ ਕੁਤਾਹੀ ਲਈ ਬਰੀ ਨਹੀਂ ਕੀਤਾ ਜਾ ਸਕਦਾ। ਕਮੇਟੀ ਦੀ ਪ੍ਰਧਾਨਗੀ ਲਈ ਸਮਾਂ ਨਿਸ਼ਚਿਤ ਹੋਵੇ, ਵੱਧ ਤੋਂ ਵੱਧ 4-5 ਸਾਲ ਤੱਕ। ਸ਼੍ਰੋਮਣੀ ਕਮੇਟੀ ਦਾ ਪੂਰਨ ਰੂਪ ਵਿੱਚ ਸਿਆਸੀਕਰਨ ਤੇ ਬਾਅਦ ਵਿੱਚ ਇੱਕ ਕਦਮ ਹੋਰ ਵੱਧ ਕੇ ਹੁਣ ਤਾਂ ਬਾਦਲੀਕਰਨ ਹੋ ਗਿਆ। ਨਿਸ਼ਚਾ, ਭਰੋਸਾ ਤੇ ਵਫਾਦਾਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਹੋਣ ਦੀ ਥਾਂ ਇੱਕ ਆਗੂ ਤੱਕ ਸੀਮਿਤ ਰਹਿ ਗਈ। ਇੱਕ ਬਹਾਦਰ ਕੌਮ ਦੀ ਨੁਮਾਇੰਦਾ ਕਮੇਟੀ ਦੀ ਪ੍ਰਧਾਨਗੀ ਸੋਚ ਸਮਝ, ਸੇਵਾ, ਕਿਰਦਾਰ, ਕੌਮ ਤੇ ਗੁਰਬਾਣੀ ਪ੍ਰਤੀ ਵਚਨਬੱਧਤਾ, ਤਰਕਮਈ ਬਹਿਸ ਤੋਂ ਬਿਨਾਂ ਹੀ ਐਨ ਮੌਕੇ ਤੇ ਬੰਦ ਲਿਫਾਫੇ ਵਿੱਚੋਂ ਨਿਕਲਣ ਲੱਗੇ ਪ੍ਰਧਾਨ ਅਤੇ ਜਥੇਦਾਰ। ਇੱਕ ਮਹੀਨਾ ਬਾਲਾਸਰ ਦੀ ਕੈਪਟੀਵਿਟੀ ਤੋਂ ਬਾਅਦ ਬਰਾਸਤਾ ਦਿੱਲੀ ਮੈਂਬਰ ਅੰਮ੍ਰਿਤਸਰ ਪਹੁੰਚੇ ਤੇ ਉਹਨਾਂ ਨੇ ਲਿਫਾਫੇ ਨੂੰ ਵੋਟਾਂ ਪਾ ਦਿੱਤੀਆਂ। ਨਿਸ਼ਚਿਤ ਕੀਤਾ ਜਾਵੇ ਕਿ ਗੁਰਦੁਆਰਿਆਂ ਨੂੰ ਸੱਤਾ ਦੀ ਰੱਸਾਕਸ਼ੀ 'ਚ ਨਾ ਵਰਤਿਆ ਜਾਵੇ। ਗੁਰਦੁਆਰੇ ਸਾਰਿਆਂ ਦੇ ਸਾਂਝੇ ਇਬਾਦਤ ਘਰ ਹਨ। ਨਿਘਾਰ ਜਾਰੀ ਰਿਹਾ। ਗੁਰਦੁਆਰਿਆਂ ਅੰਦਰਲਾ ਭ੍ਰਿਸ਼ਟਾਚਾਰ ਹੌਲੀ ਹੌਲੀ ਮੀਡੀਆ ਰਾਹੀਂ ਬਾਹਰ ਆਉਣ ਲੱਗਾ। ਕੜਾਹ ਪ੍ਰਸ਼ਾਦ ਘਪਲਾ, ਸਰੋਪਿਆਂ ਲਈ ਖਰੀਦਿਆ ਕੱਪੜਾ ਉਹਦੇ 'ਚ ਘਪਲਾ, ਲੰਗਰ ਦੀ ਰਸਦ ਖਰੀਦਣ ਵਿੱਚ ਘਪਲਾ। ਸ਼੍ਰੋਮਣੀ ਕਮੇਟੀ ਦੇ ਉਦੋਂ ਦੇ ਸੀਨੀਅਰ ਮੀਤ ਪ੍ਰਧਾਨ ਮਰਹੂਮ ਬਲਬੀਰ ਸਿੰਘ ਪੰਨੂ ਦੀ 16 ਫਰਵਰੀ 2001 ਨੂੰ ਬਰੇਲੀ ਨੇੜੇ ਯੂਪੀ ਵਿੱਚ ਹੋਏ ਹਾਦਸੇ ਵਿੱਚ ਮੌਤ ਤੇ ਸ਼੍ਰੋਮਣੀ ਕਮੇਟੀ ਦੀ ਗੱਡੀ ਟਾਟਾ ਸੂਮੋ ਵਿੱਚੋਂ ਸ਼ਰਾਬ ਦੀਆਂ 3 ਖਾਲੀ ਤੇ 4 ਭਰੀਆਂ ਹੋਈਆਂ ਬੋਤਲਾਂ ਮਿਲੀਆਂ ਤੇ ਇੱਕ ਨੌਜਵਾਨ ਬੇਪਛਾਣ ਔਰਤ ਦੀ ਲਾਸ਼ ਵੀ ਗੱਡੀ ਵਿੱਚੋਂ ਮਿਲੀ। 6 ਨਵੰਬਰ 2002 ਨੂੰ ਸ਼੍ਰੋਮਣੀ ਕਮੇਟੀ ਦੇ 10 ਮੈਂਬਰਾਂ ਵਿਰੁੱਧ ਝੂਠੇ ਟੀਏ ਡੀਏ ਬਿੱਲ ਵਸੂਲਣ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਕਮੇਟੀਆਂ ਵਿੱਚ ਨੌਕਰੀਆਂ ਦੇਣ ਦੇ ਦੋਸ਼ ਲੱਗੇ। ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਧੂ ਸਿੰਘ ਰਾਗੀ ਨੂੰ 20 ਅਪ੍ਰੈਲ 2004 ਨੂੰ ਭੁੱਕੀ ਤਸਕਰੀ ਕੇਸ 'ਚ ਬਠਿੰਡਾ ਵਿਖੇ 10 ਸਾਲ ਦੀ ਕੈਦ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨਾ ਹੋਇਆ ਸੀ। ਇੱਕ ਹੋਰ ਕਮੇਟੀ ਦੇ ਉਪ ਪ੍ਰਧਾਨ ਕੇਵਲ ਸਿੰਘ ਬਾਦਲ ਨੂੰ ਪਿਆਰਾ ਸਿੰਘ ਭਨਿਆਰੇ ਵਾਲੇ ਦਾ ਪੈਰੋਕਾਰ ਹੋਣ ਕਰਕੇ ਤਨਖਾਹ ਭੁਗਤਣੀ ਪਈ ਸੀ। ਕੇਵਲ ਸਿੰਘ ਬਾਦਲ ਤੇ ਦਾੜੀ ਰੰਗਣ ਦਾ ਦੋਸ਼ ਵੀ ਲੱਗਾ ਸੀ। ਇਹ ਸਭ ਸਿੱਖਾਂ ਦਾ ਸਿਰ ਝੁਕਾ ਦੇਣ ਵਾਲੇ ਮਾਮਲੇ ਨੇ। ਇੱਕ ਪ੍ਰਵਾਸੀ ਰਸਾਲੇ ਨੇ ਆਪਣੇ ਪੱਤਰਕਾਰਾਂ ਦੀ ਟੀਮ ਪਾਸੋਂ ਸਰਵੇਖਣ ਕਰਵਾ ਕੇ ਆਪਣੇ 21 ਜੂਨ 2004 ਦੇ ਅੰਕ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਚਰਿੱਤਰ ਬਾਰੇ ਅੰਕੜੇ ਛਾਪੇ। ਸਰਵੇਖਣ ਅਨੁਸਾਰ 55 ਕਮੇਟੀ ਮੈਂਬਰ ਆਪ ਸ਼ਰਾਬ ਦਾ ਸੇਵਨ ਕਰਦੇ ਸਨ। 79% ਕਮੇਟੀ ਮੈਂਬਰ ਭ੍ਰਿਸ਼ਟਾਚਾਰ ਵਿੱਚ ਗਰਕੇ ਹੋਏ ਸਨ। 80% ਕਮੇਟੀ ਮੈਂਬਰ
ਧਨ ਦੀ ਦੁਰਵਰਤੋਂ ਕਰਦੇ ਸਨ। 53% ਕਮੇਟੀ ਮੈਂਬਰਾਂ ਦੇ ਬੱਚੇ ਪਤਿਤ ਹਨ। ਜੂਨ 18, 2004 ਨੂੰ 2 ਜ਼ਿਲ੍ਹਿਆਂ ਦੇ ਰਿਟਰਨਿੰਗ ਅਫਸਰਾਂ ਨੇ ਕਾਰਜਕਾਰੀ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਸੇਵਾ ਸਿੰਘ ਸੇਖਵਾਂ, ਸੁੱਚਾ ਸਿੰਘ ਲਗਾਹ ਦੇ ਸ਼੍ਰੋਮਣੀ ਕਮੇਟੀ ਵੱਲ ਕਰਮਵਾਰ 56 ਲੱਖ ਰੁਪਏ, 13,20,000 ਅਤੇ 12,30,000 ਬਕਾਇਆ ਹੋਣ ਕਾਰਨ ਉਹਨਾਂ ਦੇ ਚੋਣਾਂ ਵਿੱਚੋਂ ਚੋਣ ਲੜਨ ਤੇ ਪੇਪਰ ਰੱਦ ਕਰ ਦਿੱਤੇ ਸਨ ਤੇ ਚੋਣਾਂ ਤੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਸੀ। ਲੋੜ ਹੈ ਗਲਤੀ ਕਰਨ ਵਾਲੇ, ਗੁਰਦੁਆਰਾ ਗੋਲਕ ਦੀ ਦੁਰਵਰਤੋਂ ਕਰਨ ਵਾਲੇ, ਨਸ਼ੇ ਕਰਨ ਵਾਲੇ, ਨਿੱਜ ਪ੍ਰਸਤ ਜਾਂ ਪਰਿਵਾਰ ਪ੍ਰਸਤ ਕਮੇਟੀ ਮੈਂਬਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਦੀ ਮੈਂਬਰਸ਼ਿਪ ਖਤਮ ਕਰ ਦੇਣ ਤੱਕ ਹੀ ਵਿਵਸਥਾ ਨਾ ਹੋਵੇ। ਵਿਆਜ ਸਮੇਤ ਗਬਨ ਦੀ ਰਾਸ਼ੀ ਵਸੂਲ ਕਰਨ ਦਾ ਕਾਨੂੰਨੀ ਪ੍ਰਬੰਧ ਹੋਵੇ। ਕਮੇਟੀ ਮੈਂਬਰਾਂ ਲਈ ਚੋਣ ਨਾਮਜ਼ਦਗੀ ਪੱਤਰ ਭਰਨ ਸਮੇਂ ਹਰ ਉਮੀਦਵਾਰ ਹਲਫਨਾਮਾ ਦਾਇਰ ਕਰੇ ਕਿ ਉਹ ਤੇ ਉਸ ਦਾ ਪਰਿਵਾਰ ਸ਼ਰਾਬ ਤੇ ਕੋਈ ਹੋਰ ਨਸ਼ਾ ਨਹੀਂ ਕਰਦਾ। ਆਪਣੀ ਅਤੇ ਅਧੀਨ ਪਰਿਵਾਰ ਸੰਮਤੀ ਬਾਰੇ ਵੇਰਵਾ ਦੇਵੇ। ਉਹ ਕਿਸੇ ਡੇਰੇਦਾਰ, ਸਾਧਾਂ, ਤਾਂਤਰਿਕਾਂ ਦੇ ਚਰਨੀ ਸਿਰ ਨਹੀਂ ਨਿਭਾਏਗਾ। ਉਹ ਹੱਕ ਦੀ ਕਮਾਈ ਖਾਵੇਗਾ। ਦਸਵੰਧ ਕੱਢ ਕੇ ਲੋਕ ਭਲਾਈ ਦੇ ਕੰਮਾਂ ਵਿੱਚ ਲਾਏਗਾ। ਉਹ ਜਾਗਰਤੀ, ਸਾਖਰਤਾ ਤੇ ਨਸ਼ੇ ਰੋਕੂ ਲਹਿਰ ਚਲਾਏਗਾ। ਉਹ ਕੌੜੇ, ਫਿਰਕੂ, ਮੰਦੇ ਅਤੇ ਝੂਠੇ ਸ਼ਬਦਾਂ ਦੀ ਵਰਤੋਂ ਕਦੇ ਨਹੀਂ ਕਰੇਗਾ। ਕੁਝ ਬਹੁਤ ਵੱਡੇ ਸਿੱਖ ਅੰਮ੍ਰਿਤਸਰੀ ਆਗੂ ਬਹੁਤ ਮਾੜੀ ਤੇ ਸਿੱਧੀਆਂ ਗਾਲਾਂ ਵਾਲੀ ਭਾਸ਼ਾ ਵਰਤਦੇ ਹਨ। 12 ਜੂਨ 2004 ਨੂੰ ਚੰਡੀਗੜ੍ਹ ਵਿਖੇ ਪਾਣੀਆਂ ਬਾਰੇ ਸਰਬ ਪਾਰਟੀ ਮੀਟਿੰਗ ਵਿੱਚ ਲਾਊਡ ਸਪੀਕਰ ਰਾਹੀਂ 2 ਆਗੂਆਂ ਦੀਆਂ ਗੰਦੀਆਂ ਗਾਲਾਂ ਦੂਰ ਖੜ੍ਹੇ ਅਖਬਾਰਾਂ, ਟੀਵੀ ਵਾਲਿਆਂ ਨੇ ਸੁਣੀਆਂ ਤੇ ਕੰਨਾਂ ਵਿੱਚ ਉਂਗਲੀਆਂ ਦੇ ਲਈਆਂ। ਗੁਰੂ ਨਾਨਕ ਸਾਹਿਬ ਜੀ ਆਸਾ ਕੀ ਬਾਰ ਵਿੱਚ ਫਰਮਾਉਂਦੇ ਨੇ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸੱਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੁੱਟੀਐ, ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ, ਪਾਣਾ ਲਹੇ ਸਜਾਏ। ਸ਼੍ਰੋਮਣੀ ਕਮੇਟੀ ਦੀ ਚੋਣ ਹਰ 5 ਸਾਲ ਪਿੱਛੋਂ ਹੋਣੀ ਲਾਜ਼ਮੀ ਕਰਨ ਲਈ ਕਾਨੂੰਨ ਵਿੱਚ ਸੋਧ ਹੋਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਦੇ ਕਾਰਜ ਖੇਤਰ ਵਿੱਚ ਗੁਰਦੁਆਰਿਆਂ ਦਾ ਭ੍ਰਿਸ਼ਟਾਚਾਰ ਰਹਿਤ, ਨਿਪੁੰਨ ਅਤੇ ਕੁਸ਼ਲ ਪ੍ਰਬੰਧ ਹੋਣਾ ਚਾਹੀਦਾ ਹੈ। ਬਿਨਾਂ ਸ਼੍ਰੋਮਣੀ ਕਮੇਟੀ ਦੀ ਪ੍ਰਵਾਨਗੀ ਦੇ ਥਾਂ ਨਵੇਂ ਗੁਰਦੁਆਰੇ ਉਸਾਰੇ ਜਾ ਰਹੇ ਹਨ। ਅਕਾਲ ਤਖਤ ਸਾਹਿਬ ਤੋਂ 9 ਦਸੰਬਰ 2002 ਨੂੰ ਮਤਾ ਪਾਸ ਕੀਤਾ ਗਿਆ ਸੀ ਕਿ ਬਿਨਾਂ ਸ਼੍ਰੋਮਣੀ ਕਮੇਟੀ ਦੀ ਆਗਿਆ ਤੇ ਪ੍ਰਵਾਨਗੀ ਦੇ ਕੋਈ ਨਵਾਂ ਗੁਰਦੁਆਰਾ ਨਹੀਂ ਉਸਾਰਿਆ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਦਾ ਇਹ ਮਤਾ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਸੀ, ਪਰ 22 ਸਾਲ ਹੋ ਗਏ ਨੇ ਇਸ ਮਤੇ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ। ਗੁਰਦੁਆਰਿਆਂ ਵਿੱਚ ਬੇਲੋੜਾ, ਬੇਵਕਤਾ ਅਤੇ ਬੇਵਜ੍ਹਾ ਸ਼ੋਰ ਰੋਕਿਆ ਜਾਣਾ ਚਾਹੀਦਾ ਹੈ। ਸ਼ੋਰ ਰਹਿਤ ਸੁਹਜ, ਸੀਰਤ ਤੇ ਸੰਗੀਤ ਦਾ ਦੁਸ਼ਮਣ ਹੈ। ਸ਼ੋਰ ਪ੍ਰਦੂਸ਼ਣ ਵਿਰੁੱਧ 1981 ਦਾ ਕੇਂਦਰੀ ਏਅਰ ਐਕਟ ਵੀ ਲਾਗੂ ਹੋਣਾ ਚਾਹੀਦਾ ਹੈ। ਗੁਰਦੁਆਰਿਆਂ ਵਿਚਲੇ ਸ਼ੋਰ ਵਿਰੁੱਧ ਅਕਾਲ ਤਖਤ ਸਾਹਿਬ ਤੋਂ 24 ਅਕਤੂਬਰ ਸੰਨ 2000 ਨੂੰ ਮਤਾ ਪਾਸ ਕੀਤਾ ਗਿਆ ਸੀ। ਹਦਾਇਤ ਕੀਤੀ ਗਈ ਸੀ ਕਿ ਆਵਾਜ਼ ਗੁਰਦੁਆਰਾ ਹਾਲ ਤੋਂ ਬਾਹਰ ਸੁਣਾਈ ਨਹੀਂ ਦੇਣੀ ਚਾਹੀਦੀ। ਸ਼੍ਰੋਮਣੀ ਕਮੇਟੀ ਆਪਣੇ ਪ੍ਰਬੰਧ ਹੇਠ ਗੁਰਦੁਆਰਿਆਂ ਵਿੱਚ ਸ਼ੋਰ ਵਿਰੁੱਧ ਇਹ ਮਤਾ ਸਾਰੇ ਗੁਰਦੁਆਰਿਆਂ ਵਿੱਚ ਸਖਤੀ ਨਾਲ ਲਾਗੂ ਕਰੇ, ਪਰ 24 ਸਾਲ ਬੀਤ ਗਏ, ਕਦੇ ਸ਼੍ਰੋਮਣੀ ਕਮੇਟੀ ਨੇ ਇਸ ਪਾਸੇ ਅੱਖ ਪੁੱਟ ਕੇ ਨਹੀਂ ਵੇਖਿਆ। ਸ਼੍ਰੋਮਣੀ ਕਮੇਟੀ ਪਾਸ ਵੱਡੇ ਵੱਡੇ ਆਰਥਿਕ ਸਾਧਨ ਹਨ। ਅਰਬਾਂ ਦਾ ਸਾਲਾਨਾ ਬਜਟ ਹੈ। ਇਹ ਬਜਟ ਹਰ ਸਾਲ ਵੱਧਦਾ ਜਾ ਰਿਹਾ ਹੈ। ਇਹ ਤਾਂ 2002 ਦਾ ਸਾਲਾਨਾ ਬਜਟ 190 ਕਰੋੜ 66 ਲੱਖ ਰੁਪਏ ਸੀ। 2010-11 ਦਾ ਬਜਟ 508 ਕਰੋੜ 70 ਲੱਖ ਰੁਪਏ ਸੀ।
ਇੰਨੀ ਵੱਡੀ ਸਾਲਾਨਾ ਰਾਸ਼ੀ ਨਾਲ ਸਿੱਖ ਧਰਮ ਦੀ ਕਾਇਆ ਕਲਪ ਕੀਤੀ ਜਾ ਸਕਦੀ ਹੈ। ਤੇ ਹੁਣ ਤਾਂ 13-14 ਅਰਬ ਰੁਪਏ ਦਾ ਬਜਟ ਹੋ ਚੁੱਕਿਆ ਤੇ ਬਹੁਤ ਸਾਰਾ ਪੈਸਾ ਜਿਹੜੇ ਦੀ ਲੋਕੀ ਰਸੀਦ ਨਹੀਂ ਕਟਾਉਂਦੇ ਉਹ ਉਂਝ ਵੀ ਨਗਦ ਦੇ ਜਾਂਦੇ ਨੇ, ਉਹ ਖੁਰਦ-ਬੁਰਦੀ ਹੋ ਜਾਂਦਾ ਹੈ। ਕਮੇਟੀ ਨੂੰ ਆਪਣੇ ਸਕੂਲਾਂ ਤੋਂ ਇਲਾਵਾ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਦੀ ਵੀ ਸਾਰ ਲੈਣੀ ਚਾਹੀਦੀ ਹੈ। ਸਾਰੇ ਗ੍ਰੰਥੀ ਸਿੰਘਾਂ ਤੇ ਪ੍ਰਚਾਰਕਾਂ ਨੂੰ ਵਿਗਿਆਨਕ ਲੀਹਾਂ ਤੇ ਗੁਰਬਾਣੀ ਦੀ ਸ਼ੁੱਧ ਅਰਥ ਵਿਆਖਿਆ ਅਤੇ 31 ਰਾਗਾਂ ਬਾਰੇ ਪੂਰੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਲੋੜ ਹੈ ਸਿੱਖਾਂ ਦੀ ਇਸ ਮਿਨੀ ਪਾਰਲੀਮੈਂਟ 'ਚ ਇੱਕ ਮਹੀਨੇ ਦੇ 2 ਭਰਵੇਂ ਸਮਾਗਮ ਹੋਣ ਅਤੇ ਸੰਸਦ ਵਾਂਗ ਹੀ ਹਰ ਸਿੱਖ ਮਸਲੇ ਉੱਤੇ ਬਹਿਸ ਹੋਵੇ ਤੇ ਮਤੇ ਪਾਸ ਹੋਣ। ਪਰ ਇਸ ਤਰ੍ਹਾਂ ਨਹੀਂ ਹੁੰਦਾ। ਪੈਸਾ ਕਿੱਥੇ ਜਾਂਦਾ ਹੈ ਤੇ ਕੌਣ ਕੀ ਕਰਦਾ ਹੈ, ਕੋਈ ਪੁੱਛਣ ਵਾਲਾ ਨਹੀਂ ਹੈ। ਉਹਦਾ ਨਤੀਜਾ ਸਭ ਦੇ ਸਾਹਮਣੇ ਹੈ। ਅੱਜ ਸ਼੍ਰੋਮਣੀ ਕਮੇਟੀ ਦੀ ਹਾਲਤ ਸਭ ਦੇ ਸਾਹਮਣੇ ਹਾਸੋਹੀਣੀ ਹੋ ਚੁੱਕੀ ਹੈ। ਹਰ ਕੋਈ ਇਹਦੀ ਖਿੱਲੀ ਉਡਾਉਂਦਾ ਹੈ। ਆਪਣਾ ਆਪਾ ਆਪਣੀ ਇਹਦੀ ਸ਼ਾਨ ਬਚਾਉਣੀ ਇਹਦੇ ਵਾਸਤੇ ਅੱਜ ਮੁਸ਼ਕਲ ਬਣੀ ਪਈ ਹੈ। ਕਾਸ਼ ਕਿ ਸਾਡੇ ਪ੍ਰਬੰਧਕ, ਸਾਡੇ ਮੁਖੀ ਇਸ ਪਾਸੇ ਵੀ ਕਦੇ ਅੱਖਾਂ ਖੋਲ੍ਹ ਕੇ ਵੇਖ ਲੈਣ। ਹੋਈਆਂ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।